ਸਾਹਿਬ ਜੀ। ਦੰਡੋਤ ਵੰਦਨ ਕਵਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਸਤਤ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਭੇ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ। ਹਰ ਦਰਗਹਿ ਨਾਨਕ ਉਜਲ ਮੱਥਾ। ਸਤਿਨਾਮ ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬੈ ਸੰਤਰ। ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ। ਵਰਤਨ ਸਰਬ ਜੰਜਾਲ। ਨਾਨਕ ਮੁਸੈ ਗਿਆਨ ਵਿਹੋਣੀ। ਖਾਏ ਗਿਆ ਜਮਕਾਲ। ਨਾਨਕ ਮੁਸੈ ਗਿਆਨ ਵਿਹੂਣੀ। ਖਾਏ ਗਿਆ ਜਮਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਮਿਹਰਾਂ ਦੇ ਦਾਤੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਕੀ ਵਾਰ ਦੀ 5ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਹਨ। ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 465 ਤੇ ਸੁਭਾਏਮਾਨ ਹਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੁਆਰਾ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਦੋਵੇਂ ਸ਼ਲੋਕਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਹੈ ਕਿ ਰੂਹਾਨੀਅਤ ਦੇ ਗਿਆਨ ਤੋਂ ਬਿਨਾਂ, ਅਨੁਭਵੀ ਗਿਆਨ ਤੋਂ ਬਿਨਾਂ ਜਿਹੜੀ ਸ੍ਰਿਸ਼ਟੀ ਹੈ, ਸ੍ਰਿਸ਼ਟੀ ਦੇ ਜਿਹੜੇ ਜੀਵ ਹਨ ਉਹ ਲੁੱਟੇ ਜਾ ਰਹੇ ਹਨ।
ਪਰ ਜਿਨ੍ਹਾਂ ਗੁਰਮੁਖਾਂ ਦੇ ਕੋਲ ਅਨੁਭਵੀ ਗਿਆਨ ਹੈ, ਤਤ ਗਿਆਨ ਹੈ, ਰੂਹਾਨੀਅਤ ਦਾ ਗਿਆਨ ਹੈ, ਉਹ ਗੁਰਮੁਖ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਉਹਨਾਂ ਦੇ ਅੰਦਰ ਪਰਮਾਤਮਾ ਦਾ ਡਰ ਹੁੰਦਾ ਹੈ, ਭੈ ਹੁੰਦਾ ਹੈ, ਔਰ ਉਹਨਾਂ ਦੇ ਅੰਦਰ ਹੀ ਵਾਹਿਗੁਰੂ ਦਾ ਪ੍ਰੇਮ ਹੁੰਦਾ ਹੈ। ਪੌੜੀ ਵਾਲੇ ਸ਼ਬਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਅੰਦਰ ਡਰ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਔਰ ਉਹਨਾਂ ਨੂੰ ਇਹ ਅੰਦਰੋਂ ਸੋਝੀ ਆ ਜਾਂਦੀ, ਪਰਮਾਤਮਾ ਦਾ ਨਾਮ ਲੈਣ ਦੇ ਨਾਲ ਜੀਵ ਨਰਕਾਂ ਵਿੱਚ ਨਹੀਂ ਡਿੱਗਦਾ। ਇਸ ਕਰਕੇ ਉਹ ਗੁਰਮੁਖ ਵਾਰ-ਵਾਰ ਪਰਮਾਤਮਾ ਦਾ ਨਾਮ ਜਪਦੇ ਨੇ, ਔਰ ਇਸ ਸੰਸਾਰ ਨੂੰ ਨਾਸਵੰਤ ਜਾਣਦੇ ਹੋਏ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਜੋੜ ਕੇ ਰੱਖਦੇ ਹਨ। ਉਹਨਾਂ ਨੂੰ ਇਹ ਗਿਆਨ, ਇਹ ਸਮਝ ਆ ਗਈ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਦਾ ਅਨੁਭਵੀ ਗਿਆਨ ਪ੍ਰਾਪਤ ਕਰਨ ਵਾਸਤੇ ਸੰਸਾਰ ਦੇ ਵਿੱਚ ਅਨੇਕ ਤਰ੍ਹਾਂ ਦੇ ਮਤ ਮਤਾਂਤਰ ਹਨ, ਕਈ ਧਰਮ ਹਨ, ਔਰ ਉਹਨਾਂ ਧਰਮਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਰਸਮਾਂ, ਰੀਤਾਂ, ਰਿਵਾਜ, ਕਈ ਤਰ੍ਹਾਂ ਦੇ ਕਰਮ ਕਾਂਡ ਚੱਲੇ ਆ ਰਹੇ ਹਨ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਧਰ ਦੇ ਉਧਾਰ ਵਾਸਤੇ ਆਏ, ਉਸ ਸਮੇਂ ਸਾਡੇ ਇਸ ਮੁਲਕ ਦੇ ਅੰਦਰ ਅੱਜ ਵੀ ਆਪਾਂ ਵੇਖਦੇ ਹਾਂ, ਸ੍ਰੀ ਕ੍ਰਿਸ਼ਨ ਜੀ ਜਾਂ ਸ੍ਰੀ ਰਾਮਚੰਦਰ ਜੀ ਦੇ ਜਿਹੜੇ ਸਵਾਂਗ ਬਣਾ ਕੇ ਉਹਨਾਂ ਦੀਆਂ ਜਿਹੜੀਆਂ ਹਨ ਉਹ ਕੀਤੀਆਂ ਹੋਈਆਂ ਲੀਲਾਵਾਂ ਉਹ ਦਿਖਾਈਆਂ ਜਾਂਦੀਆਂ ਹਨ। ਪਰ ਅੱਜ ਵੀ ਆਪਾਂ ਵੇਖਦੇ ਹਾਂ ਉਹ ਜਿਹੜੀਆਂ ਅਵਤਾਰਾਂ ਦੀਆਂ ਜਾਂ ਰਾਜਿਆਂ ਦੀਆਂ ਲੀਲਾ ਕੀਤੀਆਂ ਜਾਂਦੀਆਂ ਹਨ, ਉਹਨਾਂ ਦੇ ਵਿੱਚ ਬੜਾ ਵਿਕਾਰ ਆ ਗਿਆ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਆਏ, ਉਸ ਸਮੇਂ ਵੀ ਇਹ ਜਿਹੜੀਆਂ ਰਾਸ ਲੀਲਾ ਰਚੀਆਂ ਜਾਂਦੀਆਂ ਸਨ, ਇਹਨਾਂ ਦੇ ਵਿੱਚ ਬੜਾ ਕਰਮ ਕਾਂਡ ਪ੍ਰਚਲਿਤ ਹੋ ਚੁੱਕਾ ਸੀ। ਤਤ ਗਿਆਨ ਦੀ ਗੱਲ ਨਹੀਂ ਰਹੀ ਸੀ। ਤੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਥਾਂ ਪਰ ਥਾਂ ਗਏ, ਔਰ ਭੁੱਲੀ ਹੋਈ ਲੁਕਾਈ ਨੂੰ, ਭਟਕੀ ਹੋਈ ਲੁਕਾਈ ਨੂੰ ਮਹਾਰਾਜ ਜੀ ਨੇ ਵਾਹਿਗੁਰੂ ਦੇ ਸੱਚ ਨਾਮ ਦਾ ਉਪਦੇਸ਼ ਦੇਣਾ ਕੀਤਾ ਹੈ ਕਿ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਜਦੋਂ ਤੁਸੀਂ ਥੋੜ੍ਹਾ ਜਿਹਾ ਵੀ ਸੋਚ ਵਿਚਾਰ ਕਰਕੇ ਵੇਖੋਗੇ, ਇਹ ਸਾਰੀ ਸ੍ਰਿਸ਼ਟੀ ਹੀ ਵਾਹਿਗੁਰੂ ਦੀ ਰਾਸ ਪਾ ਰਹੀ ਹੈ। ਬਾਹਰਲੀ ਰਾਸ ਦੀ ਇੰਨੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਅਨੁਭਵੀ ਅੱਖ ਦੇ ਨਾਲ ਵੇਖੋ, ਸਾਰੀ ਸ੍ਰਿਸ਼ਟੀ ਹੀ ਵਾਹਿਗੁਰੂ ਦਾ ਜਸ ਕਰ ਰਹੀ ਹੈ, ਉਹਦੇ ਗੁਣ ਗਾ ਰਹੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜਗਨਨਾਥਪੁਰੀ ਗਏ, ਉੱਥੇ ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਉਹ ਪਾਂਡੇ ਇਕੱਠੇ ਹੋ ਕੇ ਆ ਗਏ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਓ ਸਾਡੇ ਨਾਲ ਮਿਲ ਕੇ ਆਰਤੀ ਕਰੋ।
ਪਾਂਡੇ ਆਰਤੀ ਕਰਨ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹੀ ਰਹੇ ਹਨ। ਉਹਨਾਂ ਨੂੰ ਬੜਾ ਗੁੱਸਾ ਆਇਆ। ਆਰਤੀ ਕਰਨ ਤੋਂ ਬਾਅਦ ਆ ਕੇ ਕਹਿਣ ਲੱਗੇ, ਤੁਸੀਂ ਕਿਸ ਧਰਮ ਨਾਲ ਸੰਬੰਧ ਰੱਖਦੇ ਹੋ, ਕਿਉਂਕਿ ਤੁਸੀਂ ਸਾਡੇ ਨਾਲ ਮਿਲ ਕੇ ਆਰਤੀ ਨਹੀਂ ਕੀਤੀ। ਸਤਿਗੁਰੂ ਕਹਿੰਦੇ, ਭਾਈ ਅਸੀਂ ਤਾਂ ਆਰਤੀ ਕੀਤੀ ਹੈ। ਕਹਿੰਦੇ, ਅਸੀਂ ਦੇਖਿਆ ਤੁਸੀਂ ਬੈਠੇ ਰਹੇ ਹੋ, ਤੁਸੀਂ ਸਾਡੇ ਨਾਲ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਅਸੀਂ ਆਰਤੀ ਵਿੱਚ ਸ਼ਾਮਲ ਹੋਏ ਹਾਂ ਔਰ ਬੜਾ ਆਨੰਦ ਆਇਆ ਹੈ। ਹਰ ਸਮੇਂ ਵਾਹਿਗੁਰੂ ਦੀ ਆਰਤੀ ਹੋ ਰਹੀ ਹੈ। ਉਹ ਕਹਿੰਦੇ, ਕਿਸ ਤਰ੍ਹਾਂ? ਮਹਾਰਾਜ ਕਹਿੰਦੇ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ, ਪਵਨ ਚਵਰੋ ਕਰੇ, ਸਗਲ ਬੰਦ ਰਾਏ ਬੁਲੰਤ ਜੋਤੀ। ਮਹਾਰਾਜ ਕਹਿੰਦੇ, ਸਾਰਾ ਬ੍ਰਹਿਮੰਡ ਵਾਹਿਗੁਰੂ ਦੀ ਆਰਤੀ ਕਰ ਰਿਹਾ ਹੈ। ਜਿਹੜਾ ਆਕਾਸ਼ ਹੈ ਉਹ ਥਾਲ ਹੈ। ਜਿਵੇਂ ਆਰਤੀ ਕੀਤੀ ਜਾਂਦੀ ਹੈ ਮੰਦਿਰਾਂ ਦੇ ਵਿੱਚ, ਇੱਕ ਥਾਲ ਲਿਆ ਜਾਂਦਾ ਹੈ। ਉਸ ਥਾਲ ਦੇ ਵਿੱਚ 2 ਜਾਂ ਜ਼ਿਆਦਾ ਦੀਵੇ ਜਗਾ ਕੇ ਰੱਖੇ ਜਾਂਦੇ ਨੇ, ਸੁੱਚੇ ਮੋਤੀ ਰੱਖੇ ਜਾਂਦੇ ਨੇ। ਇਸ ਤਰ੍ਹਾਂ ਧੂਤ ਧੁਕਾਈ ਜਾਂਦੀ ਹੈ। ਮਹਾਰਾਜ ਕਹਿੰਦੇ, ਭਾਈ ਇਹ ਸਾਰਾ ਬ੍ਰਹਿਮੰਡ ਵਾਹਿਗੁਰੂ ਦੀ ਆਰਤੀ ਕਰ ਰਿਹਾ, ਉਹ ਹਰ ਸਮੇਂ ਆਰਤੀ ਹੋ ਰਹੀ ਹੈ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਸੂਰਜ ਤੇ ਚੰਦਰਮਾ 2 ਦੀਵੇ ਹਨ। ਤਾਰਕਾ ਮੰਡਲ ਜਨਕ ਮੋਤੀ, ਜਿਹੜੇ ਤਾਰਿਆਂ ਦਾ ਮੰਡਲ ਹੈ ਇਹ ਸੁੱਚੇ ਮੋਤੀਆਂ ਦੀ ਤਰ੍ਹਾਂ ਹਨ। ਧੂਪ ਮਲ ਆਣ ਲੋ, ਪਵਨ ਚਵਰੋ ਕਰੇ, ਸਗਲ ਬੰਦ ਰਾਏ ਬੁਲੰਤ ਜੋਤੀ। ਜਿਹੜਾ ਮਲਿਆਗਰ ਪਰਬਤ ਹੈ ਉਹ ਵੱਡੀ ਗੂਗਲ ਦੀ ਧੂਪ ਲਾਈ ਹੋਈ ਹੈ। ਜਿਹੜੀ ਪਵਨ ਹੈ ਇਹ ਚਵਰ ਕਰ ਰਹੀ ਹੈ। ਜਿੰਨੇ ਵੀ ਬਨਾਸਪਤੀ ਦੇ ਫੁੱਲ ਹਨ, ਸਾਰੀ ਬਨਾਸਪਤੀ ਫੁੱਲਾਂ ਦੀ ਤਰ੍ਹਾਂ ਵਾਹਿਗੁਰੂ ਦੇ ਅੱਗੇ ਸਮਰਪਿਤ ਹੋ ਰਹੀ ਹੈ। ਸਗਲ ਬੰਦ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਹੇ ਵਾਹਿਗੁਰੂ, ਇਹ ਤੇਰੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ, ਜਿਹਦੇ ਵਿੱਚ ਅਨਾਹਦ ਨਾਦ ਦੀ ਭੇਰੀ ਵੱਜ ਰਹੀ ਹੈ, ਸ਼ਬਦ ਹੋ ਰਿਹਾ, ਹਰ ਸੰਗ ਗੂੰਜ ਪੈ ਰਹੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਸਾਰਾ ਸੰਸਾਰ ਜੇ ਆਪਾਂ ਅਨੁਭਵੀ ਅੱਖ ਦੇ ਨਾਲ ਵੇਖੀਏ ਤਾਂ ਇਹ ਇਸ ਤਰ੍ਹਾਂ ਕਿਰਿਆ ਕਰ ਰਿਹਾ ਹੈ। ਪਰ ਗਿਆਨ ਤੋਂ ਵਿਹੂਣੇ ਲੋਕ ਹੋਰ ਕਰਮਾਂ ਵਿੱਚ ਉਲਝ ਕੇ ਅੰਦਰੋਂ ਆਪਣੇ ਆਤਮਿਕ ਰਸ ਨੂੰ ਸੁਕਾ ਲੈਂਦੇ ਨੇ ਤੇ ਕਰਮ ਕਾਂਡ ਕਰੀ ਜਾਂਦੇ ਨੇ ਸਾਰੀ ਉਮਰ। ਕੋਈ ਰਸ ਨਹੀਂ ਹੈ ਬਾਣੀ ਪੜ੍ਹਨ ਦੇ ਵਿੱਚ, ਕੋਈ ਰਸ ਨਹੀਂ ਹੈ ਕਥਾ ਕਰਨ ਵਿੱਚ, ਸੁਣਨ ਦੇ ਵਿੱਚ, ਕੀਰਤਨ ਕਰਨ ਦੇ ਵਿੱਚ। ਬਸ ਇੱਕ ਕਰਮ ਕਾਂਡ ਬਣ ਗਿਆ। ਵੇਖੋ, ਆਪਾਂ ਦੂਜਿਆਂ ਨੂੰ ਕਹਾਂਗੇ, ਇਹ ਗੱਲ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਜਿਵੇਂ ਉਹ ਰਾਸ ਕਰਦੇ ਨੇ ਪਰ ਅੰਦਰ ਰਸ ਨਾ ਹੋਣ ਕਰਕੇ ਉਹ ਕਰਮ ਕਾਂਡ ਬਣ ਕੇ ਰਹਿ ਗਿਆ। ਉਹਦੇ ਵਿੱਚ ਬੜੀਆਂ ਖਾਮੀਆਂ ਆ ਗਈਆਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਕੀਰਤਨ ਕਰਨਾ ਵੀ ਕਰਮ ਕਾਂਡ ਬਣ ਗਿਆ, ਕਥਾ ਕਰਨੀ ਵੀ, ਬਾਣੀ ਪੜ੍ਹਨੀ ਵੀ, ਤਾਂ ਇਹ ਜੀਵ ਰੱਬੀ ਗਿਆਨ ਤੋਂ ਬਿਨਾਂ ਲੁੱਟਿਆ ਜਾਵੇਗਾ। ਇਸ ਨੂੰ ਕੁਝ ਯਥਾਰਥ ਲਾਭ ਨਹੀਂ ਹੋਵੇਗਾ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਜੋ ਬਖਸ਼ਿਸ਼ ਕਰ ਰਹੇ ਨੇ, ਰੂਹਾਨੀਅਤ ਦਾ ਗਿਆਨ, ਅਨੁਭਵੀ ਗਿਆਨ, ਤਤ ਗਿਆਨ ਜੀਵ ਨੂੰ ਮਿਲ ਜਾਵੇ। ਉਸ ਤਤ ਗਿਆਨ ਦੇ ਦੁਆਰਾ ਇਹ ਸਮਝ ਆ ਜਾਂਦੀ ਹੈ, ਰੱਬ ਦਾ ਨਾਮ ਲੈਣ ਨਾਲ ਜੀਵ ਨਰਕਾਂ ਵਿੱਚ ਨਹੀਂ ਡਿੱਗਦਾ।
ਸਾਰਾ ਕੁਝ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਵਾਹਿਗੁਰੂ ਦੇ ਭਉ ਦੇ ਵਿੱਚ ਰਹਿ ਕੇ ਉਹਦੇ ਨਾਲ ਪ੍ਰੇਮ ਕਰਦੇ ਨੇ ਔਰ ਇਸ ਸੰਸਾਰਿਕ ਜੀਵਨ ਨੂੰ ਜੀਵਦੇ ਨੇ। ਨਹੀਂ ਤਾਂ ਬਹੁਤਾਤ ਗਿਣਤੀ ਦੇ ਵਿੱਚ ਜੀਵ ਸੰਸਾਰ ਦੇ ਧੰਦਿਆਂ ਦੇ ਵਿੱਚ ਫਸ ਕੇ ਆਤਮਿਕ ਗਿਆਨ ਤੋਂ ਵਿਹੂਣੇ ਹੀ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ, ਲੁੱਟੇ ਜਾਂਦੇ ਹਨ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵੈ ਸੰਤਰ, ਚੰਦ ਸੂਰਜ ਅਵਤਾਰ। ਘੜੀਆਂ, ਇੱਕ ਘੜੀ 24 ਮਿੰਟ ਦੀ ਮੰਨੀ ਗਈ ਹੈ। 60 ਘੜੀਆਂ ਜਿਹੜੀਆਂ ਹਨ ਉਹ ਮੰਨੀਆਂ ਗਈਆਂ ਹਨ ਦਿਨ ਰਾਤ ਦੇ ਅੰਦਰ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿੰਨੀਆਂ ਵੀ ਸਮੇਂ ਦੀਆਂ ਘੜੀਆਂ ਵੰਡ ਹੈ, ਸਮੇਂ ਦੀ ਘੜੀ ਇੱਕ 8 ਪਹਿਰ ਹੁੰਦੇ ਨੇ। ਤੋ ਸਾਹਿਬ ਕਹਿੰਦੇ ਜਿੰਨੀਆਂ ਵੀ ਘੜੀਆਂ ਹਨ ਸਮੇਂ ਦੀਆਂ ਇਹ ਗੋਪੀਆਂ ਹਨ। ਪੈਰ ਕੰਨ ਗੋਪਾਲ, ਜਿਹੜੇ ਪੈਰ ਹਨ 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, ਇਹ ਕ੍ਰਿਸ਼ਨ ਵੱਤ ਹਨ। ਜਿਵੇਂ ਜਦੋਂ ਰਾਸ ਪਾਈ ਜਾਂਦੀ ਹੈ ਨਾ, ਜਾਂ ਜਦੋਂ ਰਾਮਲੀਲਾ ਹੁੰਦੀ ਉਦੋਂ ਵੀ ਤੁਸੀਂ ਵੇਖਿਆ ਹੋਣਾ ਹੈ ਕਿ ਇੱਕ ਰਾਮਚੰਦਰ ਬਣ ਜਾਂਦਾ, ਇੱਕ ਲਛਮਣ ਬਣ ਜਾਂਦਾ, ਇੱਕ ਸੀਤਾ ਜੀ ਬਣ ਜਾਂਦੇ ਹਨ। ਇਸ ਤਰ੍ਹਾਂ ਹੋਰ ਵੀ ਜਿੰਨੇ ਉਹਨਾਂ ਦੇ ਸਾਥੀ ਹਨ। ਤੇ ਇੱਧਰ ਜਦੋਂ ਕ੍ਰਿਸ਼ਨ ਜੀ ਦਾ ਆਉਂਦਾ ਹੈ ਜਨਮ ਦਿਨ ਤਾਂ ਇੱਕ ਕ੍ਰਿਸ਼ਨ ਜੀ ਬਣ ਜਾਂਦੇ ਨੇ। ਬਾਕੀ ਉਹਨਾਂ ਦੀਆਂ ਗੋਪੀਆਂ ਜਿਵੇਂ ਉਹ ਬਿੰਦਰਾਵਨ ਦੇ ਵਿੱਚ ਰੰਗ ਕਰਿਆ ਕਰਦੇ ਸਨ, ਰਾਸ ਲੀਲਾ ਕਰਿਆ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ੍ਰਿਸ਼ਟੀ ਵੱਲ ਨਿਗਾਹ ਮਾਰੋ, ਇਹ ਸਾਰੀ ਸ੍ਰਿਸ਼ਟੀ ਹੀ ਵਾਹਿਗੁਰੂ ਦੀ ਪਾਈ ਹੋਈ ਰਾਸ ਹੈ। ਪਰ ਮਹਾਰਾਜ ਕਹਿੰਦੇ ਜਿਵੇਂ ਰਾਸ ਪਾਉਣ ਵਾਲੇ ਕ੍ਰਿਸ਼ਨ ਨਹੀਂ ਬਣ ਸਕਦੇ, ਰਾਸ ਪਾਉਣ ਵਾਲਾ ਕੋਈ ਰਾਮਚੰਦਰ ਨਹੀਂ ਬਣ ਸਕਦਾ, ਉਹਨਾਂ ਦੇ ਵਰਗਾ ਜੀਵਨ ਨਹੀਂ ਹੋ ਸਕਦਾ। ਕੋਈ ਕ੍ਰਿਸ਼ਨ ਜੀ ਦਾ ਰੂਪ ਧਾਰਨ ਕਰਕੇ ਕ੍ਰਿਸ਼ਨ ਨਹੀਂ ਬਣ ਸਕਦਾ, ਕੋਈ ਰਾਮਚੰਦਰ ਦਾ ਰੂਪ ਧਾਰਨ ਕਰਕੇ ਰਾਮਚੰਦਰ ਨਹੀਂ ਬਣ ਸਕਦਾ, ਕੋਈ ਹਨੂਮਾਨ ਦਾ ਰੂਪ ਧਾਰਨ ਕਰਕੇ ਹਨੂਮਾਨ ਨਹੀਂ ਬਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਇਹ ਜਿਹੜੇ ਰਾਸ ਪਾਉਣ ਵਾਲੇ ਲੋਕ ਨੇ ਇਹਨਾਂ ਕੋਲ ਉਹ ਗਿਆਨ ਨਹੀਂ ਹੈ, ਇਹ ਕੇਵਲ ਨਾਟਕ ਕਰ ਰਹੇ ਨੇ। ਇਹਨਾਂ ਦੇ ਕੋਲ ਉਹ ਰੱਬੀ ਰਸ ਨਹੀਂ ਹੈ, ਇਹਨਾਂ ਦੇ ਕੋਲ ਉਹ ਤਤ ਗਿਆਨ ਨਹੀਂ ਹੈ, ਇਹਨਾਂ ਦੇ ਕੋਲ ਉਹ ਸ਼ਕਤੀ ਨਹੀਂ ਹੈ। ਤੇ ਕਈ ਵਾਰ ਇਹ ਵੀ ਵੇਖਿਆ ਗਿਆ ਹੈ ਰਾਸ ਲੀਲਾ ਕਰਦਿਆਂ ਜਾਂ ਰਾਮ ਲੀਲਾ ਕਰਦਿਆਂ ਹੋਇਆਂ ਕਈ ਕਿਰਦਾਰ, ਉਹ ਜਿਹਨੇ ਰਾਮਚੰਦਰ ਜੀ ਦਾ ਰੋਲ ਕਰ ਰਿਹਾ ਉਹਨੇ ਨਸ਼ਾ ਕੀਤਾ ਹੁੰਦਾ ਹੈ, ਜਾਂ ਜਿਹੜਾ ਹਨੂਮਾਨ ਦਾ ਰੋਲ ਕਰ ਰਿਹਾ ਹੁੰਦਾ ਉਹਨੇ ਵੀ ਨਸ਼ਾ ਕੀਤਾ ਹੁੰਦਾ। ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾ ਸਾਹਮਣੇ ਆਈਆਂ ਹਨ। ਭਾਵ ਉਹ ਜੀਵਨ ਨਹੀਂ ਬਣ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਜਿਹੜਾ ਇਹ ਸੰਸਾਰ ਦੇ ਧੰਦਿਆਂ ਵਿੱਚ ਫਸ ਗਿਆ ਉਹ ਆਤਮਿਕ ਗਿਆਨੀ ਨਹੀਂ ਹੋ ਸਕਦਾ। ਆਤਮਿਕ ਗਿਆਨੀ ਦਾ ਮਹਾਰਾਜ ਨੇ ਅੱਗੇ ਜ਼ਿਕਰ ਕੀਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਵੇਂ ਰਾਸ ਪੈਂਦੀ ਲੋਕ ਆਉਂਦੇ ਨੇ, ਵੇਖਦੇ ਨੇ, ਹੱਸਦੇ ਹੋਏ ਘਰਾਂ ਨੂੰ ਚਲੇ ਜਾਂਦੇ ਨੇ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਵਿੱਚ ਰਾਸ ਪਈ ਹੋਈ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵਹਿ ਸੰਤਰ ਚੰਦ ਸੂਰਜ ਅਵਤਾਰ।
ਸਾਰੀਆਂ ਘੜੀਆਂ ਦਿਨ ਰਾਤ ਦੀਆਂ ਗੋਪੀਆਂ ਹਨ। ਉਹਦੇ ਵਿੱਚ ਜਿਹੜੇ ਪੈਰ ਹਨ ਉਹ ਕ੍ਰਿਸ਼ਨ ਵੱਤ ਹਨ। ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ। ਜਿਹੜੇ ਗਹਿਣੇ ਹਨ ਉਹ ਪੌਣ ਕਹੀਏ ਹਵਾ, ਪਾਣੀ ਬੈਸੰਤਰ, ਪਾਣੀ ਅੱਗ, ਇਹ ਸਾਰੇ ਤੱਤ ਜਿਹੜੇ ਹਨ ਇਹ ਗਹਿਣਿਆਂ ਦੀ ਤਰ੍ਹਾਂ ਹਨ। ਚੰਦ ਸੂਰਜ ਅਵਤਾਰ, ਚੰਦਰਮਾ ਤੇ ਸੂਰਜ ਇਹ ਦੋ ਵਿੱਚ ਅਵਤਾਰ ਹਨ। ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ। ਸਾਰੀ ਧਰਤੀ ਜਿਹੜੀ ਹੈ ਉਹਦੇ ਵਿੱਚ ਪਦਾਰਥ ਪੈਦਾ ਹੁੰਦਾ ਹੈ। ਜਿੰਨਾ ਵੀ ਮਾਲ ਧਨ ਅਤੇ ਧਰਤੀ ਆਦਿਕ ਇਹ ਜੋ ਵਰਤਣ ਵਿੱਚ ਆ ਰਿਹਾ ਹੈ, ਇਹ ਸਾਰੇ ਜੰਜਾਲ ਜਿੰਨੇ ਵੀ ਹਨ, ਕੰਮ ਧੰਦੇ ਕਿਰਤ ਵਿਰਤ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਰਾਸ ਦਾ ਪਿੜ ਬੱਝਾ ਹੋਇਆ। ਜਿਵੇਂ ਰਾਸ ਪੈਂਦੀ ਨਾ, ਰਾਸ ਗੋਲ ਧਾਰੇ ਵਿੱਚ ਪੈਂਦੀ ਹੈ, ਉਹਦੇ ਵਿਚਾਲੇ ਕ੍ਰਿਸ਼ਨ ਜੀ ਖੜ ਜਾਂਦੇ ਨੇ, ਜਿਹੜੇ ਕ੍ਰਿਸ਼ਨ ਦਾ ਜਿਹੜਾ ਸਵਾਂਗ ਬਣਾਉਂਦੇ ਨੇ, ਗੋਪੀਆਂ ਆਲੇ ਦੁਆਲੇ ਉਹਦੇ ਘੁੰਮਦੀਆਂ ਨੇ, ਉਹ ਗੀਤ ਗਾਏ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਇੱਕ ਰਾਸ ਪਈ ਹੋਈ ਹੈ। ਇਹਦੇ ਵਿੱਚ ਜਿੰਨੇ ਵੀ ਕੰਮ ਧੰਦੇ ਜੰਜਾਲ ਨੇ ਇਹ ਸਭ ਉਸ ਰਾਸ ਦਾ ਵਰਤਣ ਵਰਤਾਵ ਹੈ। ਨਾਨਕ ਮੁਸੈ ਗਿਆਨ ਵਿਉਣੀ, ਖਾਏ ਗਿਆ ਜਮਕਾਲ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਉਹ ਰਾਸ ਪਾਉਣ ਵਾਲੇ ਜਾਂ ਵੇਖਣ ਵਾਲੇ ਉਹਦੇ ਤੋਂ ਕੁਝ ਤੱਤ ਵਸਤੂ ਨਹੀਂ ਲੈ ਸਕਦੇ। ਉਹ ਕੇਵਲ ਇੱਕ ਮਨ ਦਾ ਰੰਜਨ ਹੁੰਦਾ, ਮਨੋਰੰਜਨ ਹੁੰਦਾ ਹੈ, ਹੋਰ ਉਹਦੇ ਵਿੱਚ ਕੁਝ ਵੀ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੁਨੀਆ ਦੇ ਕੰਮ ਧੰਦੇ ਇਹ ਵੀ ਬਸ ਇੱਕ ਮਨ ਦਾ ਪਰਚਾਵਾ ਹੈ, ਇਹਦੇ ਵਿੱਚ ਵੀ ਕੋਈ ਲਾਭ ਨਹੀਂ ਹੈ। ਤੱਤ ਵਸਤੂ ਤੱਤ ਗਿਆਨ ਨਹੀਂ ਹੈ ਜੀਵ ਵਾਸਤੇ, ਜੀਵ ਆਤਮਾ ਵਾਸਤੇ ਕੋਈ ਤੱਤ ਗਿਆਨ ਨਹੀਂ ਹੈ। ਜਿਹੜੇ ਸੰਸਾਰ ਦੇ ਕੰਮ ਧੰਦੇ ਆਪਾਂ ਕਰਦੇ ਹਾਂ, ਵਿਆਹ ਹੋ ਗਿਆ, ਬੱਚਿਆਂ ਦਾ ਜਨਮ ਹੋ ਗਿਆ, ਬੱਚੇ ਪਾਲ ਲਏ, ਪੜ੍ਹਾਤੇ ਲਿਖਾਤੇ, ਨੌਕਰੀਆਂ ਲਗਾਤੇ, ਵਿਆਹ ਦਿੱਤੇ, ਵਰਤਣ ਵਰਤਾਵੇ ਸਭ ਮਨ ਦਾ ਪਰਚਾਵਾ ਹੈ। ਇਹਦੇ ਵਿੱਚ ਜੀਵ ਆਤਮਾ ਨਾਲ ਨਿਭਣ ਵਾਲੀ ਕੋਈ ਗੱਲ ਨਹੀਂ ਹੈ, ਕੋਈ ਤੱਤ ਵਸਤੂ ਨਹੀਂ ਜਿਹੜੀ ਨਾਲ ਨਿਭੇਗੀ। ਮਹਾਰਾਜ ਸੱਚੇ ਪਾਤਸ਼ਾਹ ਵੇਖੋ ਕਿੰਨਾ ਸੁੰਦਰ ਪ੍ਰਮਾਣ ਦਿੱਤਾ ਹੈ। ਜਿਵੇਂ ਕ੍ਰਿਸ਼ਨ ਜੀ ਦੀਆਂ ਰਾਸ ਲੀਲਾ ਹੁੰਦੀਆਂ ਨੇ, ਰਾਮਚੰਦਰ ਜੀ ਦੀ ਰਾਮ ਲੀਲਾ ਹੁੰਦੀ ਹੈ। ਉਹ ਲੋਕ ਜਿਹੜੇ ਰਾਮ ਲੀਲਾ ਕਰਦੇ ਨੇ ਜਾਂ ਕ੍ਰਿਸ਼ਨ ਜੀ ਦੀ ਰਾਸ ਲੀਲਾ ਕਰਦੇ ਨੇ, ਉਹ ਗੋਪੀਆਂ ਵਰਗਾ ਰੋਲ ਕਰਨ ਵਾਲੇ, ਉਹਨਾਂ ਕੋਲ ਗੋਪੀਆਂ ਵਾਲਾ ਪ੍ਰੇਮ ਨਹੀਂ ਹੈ, ਭਗਤੀ ਨਹੀਂ ਹੈ। ਜਿਵੇਂ ਇੱਕ ਜਿਹੜੀ ਰਾਧਿਕਾ ਗੋਪੀ ਹੈ, ਰਾਧਾ, ਉਹਦਾ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਜੋ ਸ਼੍ਰੀ ਕ੍ਰਿਸ਼ਨ ਜੀ ਹਨ, ਇਹਨਾਂ ਦੀ ਜਿਹੜੀ ਰਾਣੀ ਸੀ ਨਾ ਰੁਕਮਣੀ, ਉਹਦੇ ਮਨ ਵਿੱਚ ਕੁਝ ਖਿਝ ਆ ਗਈ ਕਿ ਸ਼੍ਰੀ ਕ੍ਰਿਸ਼ਨ ਜੀ ਰਾਧਾ ਨੂੰ ਜ਼ਿਆਦਾ ਪਿਆਰ ਕਰਦੇ ਹਨ, ਹਾਲਾਂਕਿ ਉਹਦੇ ਨਾਲ ਵਿਆਹ ਨਹੀਂ ਹੋਇਆ। ਅਤੇ ਉਹਨੇ ਕਈ ਵਾਰ ਇਹਦਾ ਸ਼ਿਕਵਾ ਵੀ ਕੀਤਾ, ਪਰ ਇੱਕ ਵਾਰੀ ਐਸਾ ਆ ਗਿਆ ਮਨ ਵਿੱਚ ਰੋਸ ਕਿ ਜਦੋਂ ਕ੍ਰਿਸ਼ਨ ਜੀ ਨੇ ਕਿਹਾ ਕਿ ਮੈਂ ਤਾਂ ਉਹਦੇ ਹਿਰਦੇ ਦੇ ਵਿੱਚ ਵਸਦਾ, ਉਹਦੇ ਵਰਗਾ ਪ੍ਰੇਮ ਤੁਹਾਡੇ ਕੋਲ ਨਹੀਂ ਹੈ, ਤਾਂ ਇਹਨੇ ਗਰਮ ਉਬਲਦਾ ਹੋਇਆ ਦੁੱਧ ਉਸ ਰਾਧਿਕਾ ਨੂੰ ਪਿਆ ਦਿੱਤਾ ਸੀ। ਕਹਿੰਦੇ ਹਨ ਰਾਧਿਕਾ ਨੇ ਉਹ ਕ੍ਰਿਸ਼ਨ ਜੀ ਦੇ ਪ੍ਰੇਮ ਦੇ ਵਿੱਚ ਹਰ ਸਮੇਂ ਓਤ-ਪੋਤ ਰਹਿੰਦੀ ਸੀ। ਉਹਦੇ ਉਹਦੇ ਕੋਲ ਭਗਤੀ ਭਾਵ ਸੀ। ਉਹਨੂੰ ਉਸ ਗੱਲ ਦਾ ਖਿਆਲ ਹੀ ਨਹੀਂ ਰਿਹਾ ਵੀ ਇਹ ਦੁੱਧ ਗਰਮ ਹੈ, ਬਹੁਤਾ ਉਬਲਦਾ ਹੋਇਆ ਦੁੱਧ। ਉਹਦੇ ਨਾਲ ਕੀ ਹੋਇਆ, ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਦੇ ਪੈਰਾਂ 'ਤੇ ਛਾਲੇ ਪੈ ਗਏ ਸਨ। ਜਦੋਂ ਉਹ ਰਾਣੀ ਨੇ ਆ ਕੇ ਵੇਖਿਆ, ਹੈਰਾਨ ਹੋ ਗਈ, ਪੁੱਛਿਆ ਇਹ ਕਹਿੰਦੇ ਸਭ ਤੇਰਾ ਹੀ ਕਰਮ ਹੈ,
ਤੂੰ ਰਾਧਾ ਨੂੰ ਉਬਲਦਾ ਹੋਇਆ ਗਰਮ ਦੁੱਧ ਪਿਆਇਆ ਹੈ, ਤੈਨੂੰ ਕਿਹਾ ਸੀ ਕਿ ਉਹਦੇ ਵਾਲਾ ਪ੍ਰੇਮ ਤੁਹਾਡੇ ਕੋਲ ਨਹੀਂ ਹੋ ਸਕਦਾ। ਉਹਦਾ ਜਿਹੜਾ ਪ੍ਰੇਮ ਹੈ ਸਭ ਨਾਲੋਂ ਸ੍ਰੇਸ਼ਟ ਹੈ। ਉਹ ਕਿਸੇ ਵਾਸ਼ਨਾ ਦੇ ਅਧੀਨ ਨਹੀਂ, ਭਗਤੀ ਭਾਵ ਵਾਲਾ ਪ੍ਰੇਮ ਹੈ। ਮੇਰਾ ਸਰੂਪ ਉਹਦੇ ਹਿਰਦੇ ਦੇ ਵਿੱਚ ਵਸਦਾ ਹੈ। ਜਦੋਂ ਤੂੰ ਈਰਖਾ ਵਸ਼ ਉਹਨੂੰ ਦੁੱਧ ਪਿਆਇਆ ਹੈ ਤੇ ਇਹ ਦੁੱਧ ਮੇਰੇ ਪੈਰਾਂ 'ਤੇ ਚਰਨਾਂ 'ਤੇ ਪਿਆ ਹੈ। ਮੈਂ ਉਹਨੂੰ ਸੇਕ ਨਹੀਂ ਲੱਗਣ ਦਿੱਤਾ, ਆਪਣੇ ਇਹ ਪੈਰਾਂ 'ਤੇ ਉਹ ਸਾਰਾ ਕਸ਼ਟ ਸਹਾਰਿਆ ਹੈ। ਤਾਂ ਇਸ ਤਰ੍ਹਾਂ ਜਿਹੜੇ ਹੁਣ ਉਹਨਾਂ ਦਾ ਸਵਾਂਗ ਕਰਦੇ ਨੇ, ਉਸ ਤਰ੍ਹਾਂ ਦਾ ਕੋਈ ਗੋਪੀ ਵਰਗਾ ਪ੍ਰੇਮ ਨਹੀਂ ਬਣਾ ਸਕਦੇ। ਜਾਂ ਚੰਦਰਾਵਲ ਗੋਪੀ ਦਾ ਜ਼ਿਕਰ ਆਉਂਦਾ ਹੈ, ਆਸਾ ਕੀ ਵਾਰ ਦੇ ਵਿੱਚ ਅੱਗੇ ਜ਼ਿਕਰ ਆਉਣਾ ਹੈ। ਕੋਈ ਕ੍ਰਿਸ਼ਨ ਵਰਗਾ ਸਵਾਂਗ ਤਾਂ ਬਣਾ ਸਕਦਾ ਹੈ, ਉਸੇ ਤਰ੍ਹਾਂ ਮੂੰਹ 'ਤੇ ਬਾਂਸਰੀ ਰੱਖ ਸਕਦਾ ਹੈ, ਸਿਰ 'ਤੇ ਸੀਸ 'ਤੇ ਪੰਖਾਂ ਦਾ ਜਿਹੜਾ ਹੈ ਮੁਕਟ ਲਾ ਸਕਦਾ ਹੈ, ਪਰ ਕ੍ਰਿਸ਼ਨ ਨਹੀਂ ਬਣ ਸਕਦਾ। ਕੋਈ ਰਾਮਚੰਦਰ ਜੀ ਦਾ ਰੂਪ ਧਾਰਨ ਕਰ ਸਕਦਾ ਹੈ, ਪਰ ਉਹ ਰਾਮਚੰਦਰ ਨਹੀਂ ਬਣ ਸਕਦਾ। ਕੋਈ ਬੀਬੀ ਸੀਤਾ ਦਾ ਲਿਬਾਸ ਪਾ ਸਕਦੀ, ਪਰ ਸੀਤਾ ਨਹੀਂ ਬਣ ਸਕਦੀ। ਉਸ ਤਰ੍ਹਾਂ ਦਾ ਜੀਵਨ ਬਣਾਉਣਾ ਬੜਾ ਔਖੀ ਗੱਲ ਹੈ। ਤੋ ਮਹਾਰਾਜ ਕਹਿੰਦੇ ਜਿਵੇਂ ਰਾਸ ਧਾਰੀਏ ਕੇਵਲ ਖਾਨਾ ਪੂਰਤੀ ਕਰਦੇ ਨੇ ਔਰ ਆਪਣਾ ਇਹਨਾਂ ਦੇ ਕੋਲ ਕੋਈ ਆਤਮਿਕ ਗਿਆਨ ਨਹੀਂ ਹੈ, ਕੋਈ ਅਨੁਭਵੀ ਗਿਆਨ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਸ੍ਰਿਸ਼ਟੀ ਦੇ ਜੀਵ ਨੇ, ਇਹ ਜਿਹੜੀ ਰਾਸ ਪੈ ਰਹੀ ਹੈ ਮਾਇਆ ਵੱਲੋਂ, ਸਮੇਂ ਦੀਆਂ ਜਿਹੜੀਆਂ ਘੜੀਆਂ ਨੇ, ਪੈਰ ਨੇ, ਸ੍ਰਿਸ਼ਟੀ ਇਹਦੇ ਵਿੱਚ ਫਸੀ ਹੋਈ ਜੀਵ, ਮਹਾਰਾਜ ਕਹਿੰਦੇ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਇਹ ਗਿਆਨ ਤੋਂ ਵਿਹੂਣੇ ਜੀਵ ਇਸ ਰਾਸ ਦੇ ਵਿੱਚ ਫਸੇ ਹੋਏ ਨੇ। ਇਹਨਾਂ ਦੇ ਕੋਲ ਕੋਈ ਆਤਮਿਕ ਗਿਆਨ ਨਹੀਂ ਹੈ, ਅਨੁਭਵੀ ਗਿਆਨ ਨਹੀਂ ਹੈ। ਜਿਸ ਸਮੇਂ ਕ੍ਰਿਸ਼ਨ ਜੀ ਰਾਸ ਪਾਉਂਦੇ ਸੀ, ਸਾਰੇ ਕਹਿੰਦੇ ਹਨ ਉੱਥੇ ਗਊਆਂ ਵੀ ਜਿਹੜੀਆਂ ਮੰਤਰ ਮੁਗਧ ਹੋ ਜਾਇਆ ਕਰਦੀਆਂ ਸਨ, ਪਸ਼ੂ ਵੀ, ਜਾਨਵਰ ਵੀ, ਪੰਛੀ ਵੀ, ਕਿਉਂਕਿ ਉਹਨਾਂ ਦੇ ਕੋਲ ਆਤਮਿਕ ਗਿਆਨ ਦਾ ਭੰਡਾਰ ਸੀ, ਉਹਨਾਂ ਦੇ ਕੋਲ ਰੱਬੀ ਰਸ ਸੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਕੋਈ ਭਗਤੀ ਵਾਲਾ ਸੰਸਾਰ ਦੀ ਕਿਰਤ ਨੂੰ ਕਰਦਾ ਹੈ ਤਾਂ ਉਹ ਕਿਰਤ ਕਰਨ ਦਾ ਇੱਕ ਵੱਖਰਾ ਰਸ ਹੁੰਦਾ ਹੈ। ਪਰ ਆਮ ਦੁਨੀਆ ਦੇ ਲੋਕ ਉਸ ਤਰ੍ਹਾਂ ਦਾ ਸਵਾਂਗ ਕਰਨ ਤੇ ਗੁਰਮੁਖੋ ਉਹਨਾਂ ਦੇ ਕੋਲ ਉਹ ਰਸ ਨਹੀਂ ਹੈ। ਉਸ ਕਿਰਤ ਨੂੰ ਕਰਦਿਆਂ, ਉਸ ਕਰਮ ਨੂੰ ਕਰਦਿਆਂ ਉਹ ਉਸ ਤਰ੍ਹਾਂ ਦਾ ਵਰਤਾਵ ਤਾਂ ਕਰਦੇ ਨੇ, ਪਰ ਖੁਆਰ ਹੁੰਦੇ ਹਨ। ਜਿਵੇਂ ਕੋਈ ਆਪਾਂ ਵੇਖੀਏ ਗੁਰੂ ਸਾਹਿਬਾਨ, ਜਿਵੇਂ ਉਹਨਾਂ ਦੇ ਪਰਿਵਾਰ ਸਨ, ਉਹਨਾਂ ਨੇ ਵੀ ਆਪਣੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਕੀਤੀਆਂ। ਆਪਾਂ ਉਹਨਾਂ ਵਾਂਗ ਹੀ ਕਹੀਏ ਜੀ ਅਸੀਂ ਵੀ ਉਹਨਾਂ ਵਾਂਗ ਹਾਂ, ਬੜਾ ਵੱਡਾ ਫਰਕ ਹੈ। ਬਲਕਿ ਆਪਾਂ ਤਾਂ ਕਿਸੇ ਵੀ ਤਰ੍ਹਾਂ ਉਹਨਾਂ ਦੇ ਨੇੜੇ ਨਹੀਂ ਜਾ ਸਕਦੇ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਆਤਮਿਕ ਗਿਆਨ ਨਾ ਹੋਣ ਕਰਕੇ ਇਹ ਸ੍ਰਿਸ਼ਟੀ ਦੇ ਜੀਵ ਇਸ ਮਾਇਆ ਦੀ ਰਾਸ ਵਿੱਚ ਫਸ ਕੇ ਆਪਣਾ ਜੀਵਨ ਵਿਅਰਥ ਗਵਾ ਰਹੇ ਹਨ। ਇਹ ਪੰਜਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਆਇਆ ਹੈ। ਇੱਕ ਸ਼ਲੋਕ ਹੋਰ ਹੈ ਅਤੇ ਪੌੜੀ ਵਾਲਾ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਕੀ ਵਾਰ ਦੇ ਵਿੱਚ ਸਾਨੂੰ ਜੋ ਪਾਵਨ ਗਿਆਨ ਬਖਸ਼ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਦਾ ਇਹ ਦਿੱਤਾ ਹੋਇਆ ਉਪਦੇਸ਼ ਸਾਡੇ ਜੀਵਨ ਦੇ ਵਿੱਚ ਵਸੇ। ਅਸੀਂ ਸਤਿਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਕਮਾ ਕੇ ਆਤਮਿਕ ਗਿਆਨ ਨੂੰ ਪਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।